ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦਾ ਲਗਾਤਾਰ ਹੋ ਰਿਹਾ ਕਤਲੇਆਮ ਰੁਕ ਨਹੀਂ ਰਿਹਾ। ਇਹਦੇ ਵਿੱਚ ਕਿਹੜੇ ਜ਼ਿੰਮੇਵਾਰ ਤੱਤ ਨੇ? ਹੁਣ ਤੱਕ ਉੱਥੋਂ ਸਿੱਖਾਂ ਦਾ ਕਿੰਨਾ ਪ੍ਰਵਾਸ ਹੋ ਚੁੱਕਾ ਆ? ਭਾਰਤ ਸਰਕਾਰ ਦਾ ਇਸ ਵਿੱਚ ਕੀ ਰੋਲ ਹੈਗਾ ਆ? ਭਾਰਤ ਵਿੱਚ ਵਸ ਰਹੇ ਸਿੱਖਾਂ ਦਾ ਰਿਸਪੌਂਸ ਕੀ ਹੈਗਾ ਆ? ਕਿਹੜੇ ਜ਼ਿੰਮੇਵਾਰ ਤੱਤ ਹਨ ਜਿਹੜੇ ਇਹਦੇ ਲਈ ਜ਼ਿੰਮੇਵਾਰ ਹਨ? ਇਹ ਹਾਦਸਾ ਕਿੰਨਾ ਭਿਆਨਕ ਹੋ ਸਕਦਾ ਸੀਗਾ ਜੇ ਕਿਤੇ ਉਹ ਕਾਰ ਦੇ ਵਿੱਚ ਰੱਖਿਆ ਹੋਇਆ ਵਿਸਫੋਟਕ ਪਦਾਰਥ ਆਪਣੇ ਸਮੇਂ ਤੋਂ ਪਹਿਲਾਂ ਨਾ ਫੜਦਾ। ਲਗਭਗ ਜਿੰਨੇ ਵੀ ਸਿੱਖ ਅੰਦਰ ਸਨ ਸ਼ਾਇਦ ਉਹ ਸਾਰੇ ਹੀ ਮਾਰੇ ਜਾਂਦੇ। ਇੱਕ ਟਾਈਮ ਉੱਥੇ ਅਮਰੀਕਾ ਗਿਆ ਤਾਂ ਉਹਦੀ ਪ੍ਰਸਤਾਵਿਤ ਸਰਕਾਰ ਬਣੀ। ਉਸ ਸਮੇਂ ਦਰਮਿਆਨ ਵੀ ਸਿੱਖਾਂ ਦਾ ਵੱਖ-ਵੱਖ ਸਮੇਂ ਤੇ ਕਤਲੇਆਮ ਹੁੰਦਾ ਰਿਹਾ। ਉਹਦੀ ਜ਼ਿਆਦਾਤਰ ਹੁਣ ਤੱਕ ਜਿਹੜੀਆਂ ਜ਼ਿੰਮੇਵਾਰੀਆਂ ਨੇ ਬਹੁਤ ਵੱਡੀ ਤਰ ਤੱਕ ਆਸਿਸ ਨੇ ਲਈਆਂ ਹੈਗੀਆਂ ਨੇ। 22 ਫਰਵਰੀ 2010 ਨੂੰ ਤਾਲਿਬਾਨ ਵੱਲੋਂ ਪਾਕਿਸਤਾਨ ਦੇ ਅਫਗਾਨ ਬਾਰਡਰ ਤੇ 2 ਸਿੱਖਾਂ ਦੀ ਗਲਾ ਕੱਟ ਕੇ ਹੱਤਿਆ ਕੀਤੀ ਗਈ ਸੀਗੀ। 24 ਸਿੱਖਾਂ ਦੀ ਹੱਤਿਆ ਗੁਰਦੁਆਰਾ ਸਾਹਿਬ ਹਰ ਰਾਏ ਸਾਹਿਬ ਦੇ ਵਿੱਚ ਹਮਲਾ ਕਰਕੇ ਕੀਤੀ ਜਾਂਦੀ ਆ। ਪੰਜਾਬ ਨਗਾਰਾ ਤੇ ਤੁਹਾਡਾ ਸਵਾਗਤ ਹੈ। ਮੈਂ ਗੁਰਮੁਖ ਸਿੰਘ ਬਾਰੀਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇੱਕ ਅਹਿਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਆਪਣਾ ਫਰਜ਼ ਸਮਝਦੇ ਹਾਂ ਅਸੀਂ ਐਜ ਏ ਮੀਡੀਆ ਪਰਸਨ ਵੀ ਅਤੇ ਸਿੱਖ ਵੀ ਕਿ ਜਿੱਥੇ ਵੀ ਕਿਤੇ ਹਿਊਮੈਨਿਟੀ ਦੇ ਨਾਲ ਕਤਲੇਆਮ ਹੁੰਦਾ ਅਸੀਂ ਉਸ ਦੀ ਗੱਲ ਕਰੀਏ। ਇਹ ਆਪਣੇ ਇੱਕ ਭਾਈਚਾਰੇ ਦੀ ਗੱਲ ਹੈ ਤਾਂ ਵੀ ਸਾਨੂੰ ਕਰਨੀ ਬਣਦੀ ਹੈ। ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦਾ ਲਗਾਤਾਰ ਹੋ ਰਿਹਾ ਕਤਲੇਆਮ ਰੁਕ ਨਹੀਂ ਰਿਹਾ। ਆਖਰਕਾਰ ਕੀ ਕਾਰਨ ਹੈ ਸਿੱਖਾਂ ਦੇ ਲਗਾਤਾਰ ਹੋ ਰਹੇ ਕਤਲੇਆਮ ਕਰਕੇ? ਇਹਦੇ ਵਿੱਚ ਕਿਹੜੇ ਜ਼ਿੰਮੇਵਾਰ ਤੱਤ ਨੇ? ਹੁਣ ਤੱਕ ਉੱਥੋਂ ਸਿੱਖਾਂ ਦਾ ਕਿੰਨਾ ਪ੍ਰਵਾਸ ਹੋ ਚੁੱਕਾ ਆ? ਕੈਨੇਡਾ, ਅਮਰੀਕਾ ਅਤੇ ਹੋਰ ਜਿਹੜੇ ਕੰਟਰੀ ਹੈਗੇ ਆ ਪੱਛਮੀ ਮੁਲਕ, ਉਹਨਾਂ ਦੇ ਵਿੱਚ ਸਿੱਖਾਂ ਨੂੰ ਕਿੰਨੀ ਪੱਧਰ ਤੇ ਇਮੀਗ੍ਰੇਸ਼ਨ ਮਿਲ ਪਾਈ ਹੈਗੀ ਆ, ਖਾਸ ਕਰਕੇ ਕੈਨੇਡਾ ਦੇ ਵਿੱਚ? ਭਾਰਤ ਸਰਕਾਰ ਦਾ ਇਸ ਵਿੱਚ ਕੀ ਰੋਲ ਹੈਗਾ ਆ? ਭਾਰਤ ਵਿੱਚ ਵਸ ਰਹੇ ਸਿੱਖਾਂ ਦਾ ਰਿਸਪੌਂਸ ਕੀ ਹੈਗਾ ਆ? ਅਤੇ ਜੇ ਮੇਨ ਤੌਰ ਤੇ ਮੈਂ ਗੱਲ ਕਰਾਂ ਆਪਣੇ ਐਂਗਲ ਦੀ ਕਿ ਉਹ ਕਿਹੜੇ ਜ਼ਿੰਮੇਵਾਰ ਤੱਤ ਹਨ ਜਿਹੜੇ ਇਹਦੇ ਲਈ ਜ਼ਿੰਮੇਵਾਰ ਹਨ? ਇਸ ਦੇ ਲਈ ਕਈ ਰਿਪੋਰਟਾਂ ਮੇਰੇ ਕੋਲ ਹਨ, ਕਈ ਤੱਥ ਹਨ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਹਨ। ਸੋ ਵੀਡੀਓ ਥੋੜੀ ਲੰਮੀ ਹੋ ਸਕਦੀ ਆ, ਲੇਕਿਨ ਜੇ ਮੈਂ ਤੱਥ ਤੁਹਾਡੇ ਨਾਲ ਸਾਂਝੇ ਨਾ ਕਰ ਸਕਿਆ ਤੇ ਇਹ ਬੜੀ ਬੇਇਨਸਾਫੀ ਵਾਲੀ ਗੱਲ ਹੋਊਗੀ। ਸੋ ਤਾਜ਼ੀ ਘਟਨਾ ਦੇ ਬਾਰੇ ਮੈਂ ਇੱਥੋਂ ਗੱਲ ਸ਼ੁਰੂ ਕਰੂੰਗਾ ਕਿ ਬੀਤੇ ਸ਼ਨੀਵਾਰ ਇੱਕ ਹਿਰਦੇ ਵੇਦਕ ਘਟਨਾ ਜਿਹੜੀ ਵਾਪਰੀ ਹੈਗੀ ਆ। ਇੱਕ ਧਮਾਕੇ ਦੇ ਵਿੱਚ ਕਾਰ ਦੇ ਵਿੱਚ ਜਿਹੜਾ ਐਕਸਪਲੋਸਿਵ ਪਦਾਰਥ ਸੀਗੇ ਉਹਦੇ ਵਿੱਚ ਧਮਾਕਾ ਹੁੰਦਾ ਤੇ ਕਾਬਲ ਦੇ ਵਿੱਚ ਗੁਰਦੁਆਰਾ ਕਰਤੇ ਪਰਿਵਾਰ ਦੇ ਵਿੱਚ ਜਿਹੜਾ ਇਹ ਦੁਖਦਾਈ ਹਾਦਸਾ ਵਾਪਰਿਆ, ਜਿਹਦੇ ਵਿੱਚ ਇੱਕ ਸਿੱਖ ਦੀ ਜਾਨ ਗਈ ਹੈਗੀ ਆ। ਇੱਕ ਸਿਕਿਉਰਿਟੀ ਫੋਰਸ ਜਿਹੜਾ ਫਾਈਟਰ ਸੀਗਾ ਤਾਲਿਬਾਨ ਉੱਥੇ ਸਥਿਤੀ ਨੂੰ ਸੰਭਾਲ ਰਿਹਾ ਸੀ, ਉਸ ਦੀ ਵੀ ਜਾਨ ਗਈ ਹੈਗੀ ਆ। ਇਹ ਹਾਦਸਾ ਕਿੰਨਾ ਭਿਆਨਕ ਹੋ ਸਕਦਾ ਸੀਗਾ ਜੇ ਕਿਤੇ ਉਹ ਕਾਰ ਦੇ ਵਿੱਚ ਰੱਖਿਆ ਹੋਇਆ ਵਿਸਫੋਟਕ ਪਦਾਰਥ ਆਪਣੇ ਸਮੇਂ ਤੋਂ ਪਹਿਲਾਂ ਨਾ ਫੜਦਾ। ਉੱਥੇ ਲਗਭਗ ਜਿੰਨੇ ਵੀ ਸਿੱਖ ਅੰਦਰ ਸਨ ਸ਼ਾਇਦ ਉਹ ਸਾਰੇ ਹੀ ਮਾਰੇ ਜਾਂਦੇ। ਬਹੁਤ ਸਾਰੇ ਸਿੱਖਾਂ ਦੇ ਨਾਲ ਉੱਥੇ ਹਿੰਦੂ ਪਰਿਵਾਰ, ਉਹਨਾਂ ਦਾ ਵੀ ਉੱਥੇ ਕਤਲੇਆਮ ਹੁੰਦਾ। ਲੇਕਿਨ ਵੱਖ-ਵੱਖ ਐਸੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਮੇਨ ਟਾਰਗੇਟ ਉੱਥੇ ਸਿੱਖਾਂ ਨੂੰ ਕਿਉਂ ਕੀਤਾ ਜਾ ਰਿਹਾ। ਸੋ ਮੇਨ ਰੂਪ ਦੇ ਵਿੱਚ ਇਹ ਕਤਲੇਆਮ ਦੇ ਕੀ ਕਾਰਨ ਨੇ, ਇਹਦੇ ਜ਼ਿੰਮੇਵਾਰ ਤੱਤ ਕਿਹੜੇ ਹਨ ਅਤੇ ਜਿਹੜਾ ਰਿਫਿਊਜੀ ਪ੍ਰੋਗਰਾਮ ਹੈ ਖਾਸ ਕਰਕੇ ਕੈਨੇਡਾ ਦਾ ਹੁਣ ਤੱਕ ਕਿੰਨਾ ਸਕਸੈਸਫੁਲ ਹੋ ਪਾਇਆ। ਇਹ ਸਾਰੀਆਂ ਗੱਲਾਂ ਕਰਨ ਤੋਂ ਪਹਿਲਾਂ ਮੈਂ ਇਹ ਵੀ ਗੱਲ ਦੱਸੂਗਾ ਕਿ ਹੁਣ ਆਈਸਿਸ ਨੇ ਜਿਹੜੀ ਜ਼ਿੰਮੇਵਾਰੀ ਲਈ ਹੈਗੀ ਆ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਪੈਗੰਬਰ ਹਜ਼ਰਤ ਮੁਹੰਮਦ ਦੀ ਭਾਰਤ ਦੇ ਵਿੱਚ ਜੋ ਉਹਦੇ ਖਿਲਾਫ ਭਾਜਪਾ ਆਗੂਆਂ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਉਸ ਦੇ ਇਵਜ ਦੇ ਵਿੱਚ ਇਹ ਧਮਾਕਾ ਕੀਤਾ ਗਿਆ ਆ। ਇਹ ਇੱਕ ਆਈਸਿਸ ਦਾ ਆਪਣਾ ਇੱਕ ਪੱਖ ਆਇਆ ਹੈਗਾ ਆ, ਲੇਕਿਨ ਇਹਦੇ ਪਿੱਛੇ ਆਧਾਰ ਕੀ ਹੈਗਾ ਅਸੀਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੇ ਕਰਾਂਗੇ। ਸੋ ਫਿਲਹਾਲ ਮੈਂ 2 ਮਿੰਟ ਵਾਸਤੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦਾ ਪ੍ਰਵਾਸ ਅਤੇ ਸਿੱਖਾਂ ਦਾ ਸਥਾਪਿਤ ਹੋਣਾ ਇਹਦੇ ਬਾਰੇ ਗੱਲ ਕਰੂੰਗਾ ਕਿ ਉਹ ਦਿਨ ਸੀਗੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਉਦਾਸੀਆਂ ਤੇ ਨਿਕਲੇ। ਉਸ ਸਮੇਂ ਤੋਂ ਹੀ ਪੱਛਮ ਵੱਲ ਸਿੱਖੀ ਦਾ ਪ੍ਰਚਾਰ ਹੋਣਾ ਸ਼ੁਰੂ ਹੋਇਆ। ਬਹੁਤ ਸਾਰੇ ਖੱਤਰੀ ਪਰਿਵਾਰ, ਹਿੰਦੂ ਪਰਿਵਾਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਏ ਤੇ ਸਿੱਖੀ ਦਾ ਬੂਟਾ ਉਸ ਖੇਤਰ ਵਿੱਚ ਉਦੋਂ ਹੀ ਲੱਗਣਾ ਸ਼ੁਰੂ ਹੋਇਆ। ਸਮਾਂ ਬਦਲਦਾ ਗਿਆ, ਗੁਰੂ ਸਾਹਿਬਾਨ ਦੀ ਵਿਚਾਰਧਾਰਾ ਚੱਲਦੀ ਗਈ। ਜਿਸ ਤਰ੍ਹਾਂ ਦੂਜੇ ਖੇਤਰਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਵਧਿਆ, ਕੁਝ ਨਾ ਕੁਝ ਹੱਦ ਤੱਕ ਇਸ ਖੇਤਰ ਦੇ ਵਿੱਚ ਵੀ ਕੁਝ ਪਰਿਵਾਰ ਸੀਗੇ ਜੋ ਗੁਰੂ ਨਾਨਕ ਦੇਵ ਜੀ ਤੋਂ ਬਾਅਦ
ਇਸ ਵਿਚਾਰਧਾਰਾ ਨੂੰ ਮੰਨਣ ਵਾਲੇ ਸੀ। ਉਸ ਤੋਂ ਬਾਅਦ ਲਗਾਤਾਰ ਗੁਰੂ ਸਾਹਿਬਾਨ ਤੋਂ ਬਾਅਦ ਮਿਸਲਾਂ ਦਾ ਰਾਜ ਆਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਤੇ ਉਸ ਪੱਛਮ ਦੇ ਇਲਾਕੇ ਦੇ ਵਿੱਚ ਦਰਾ ਖੈਬਰ ਤੱਕ, ਕਾਬਲ ਦਰਾ ਖੈਬਰ, ਉਸ ਖੇਤਰ ਤੱਕ ਸਿੱਖੀ ਪ੍ਰਫੁੱਲਤ ਹੋਈ ਅਤੇ ਬਹੁਤ ਸਾਰਾ ਵੱਡੀ ਪੱਧਰ 'ਤੇ ਸਿੱਖ ਜੋ ਫੌਜ ਵਿੱਚ ਭਰਤੀ ਸਨ ਅਤੇ ਇਸ ਪਾਸੇ ਤੋਂ ਉਸ ਪਾਸੇ ਜਾ ਕੇ ਡਿਪਲਾਏ ਕੀਤੇ ਸਨ, ਉੱਥੇ ਵਸੇ। ਇੱਕ ਸੰਘਣੀ ਵਸੋਂ ਜਿਹੜੀ ਸੀਗੀ, ਲੱਖਾਂ ਦੇ ਕਰੀਬ ਜਿਹੜੀ ਜਨਸੰਖਿਆ ਸੀਗੀ ਹਿੰਦੂ ਸਿੱਖ ਭਾਈਚਾਰੇ ਦੀ, ਉਸ ਥਾਂ ਦੇ ਉੱਪਰ ਵਸੀ ਹੋਈ ਸੀਗੀ। ਸਮਾਂ ਬੀਤਦਾ ਗਿਆ, ਬ੍ਰਿਟਿਸ਼ ਰਾਜ ਦੇ ਦਰਮਿਆਨ ਵੀ ਜਿੰਨੀ ਵੀ ਸਿੱਖ ਫੌਜ ਸੀਗੀ ਉੱਥੇ ਰੈਜੀਮੈਂਟਾਂ ਕਈ ਲੱਗਦੀਆਂ ਰਹੀਆਂ, ਉੱਥੇ ਰਹੀਆਂ, ਪਰਿਵਾਰਾਂ ਸਮੇਤ ਰਹਿੰਦੇ ਰਹੇ। ਸਮਾਂ ਬਦਲਿਆ, ਪਾਰਟੀਸ਼ਨ ਹੋਈ ਤੇ ਇੱਕ ਵੱਡਾ ਉਜਾੜਾ ਹੋਇਆ। ਉਹ ਉਜਾੜੇ ਤਹਿਤ ਉਸ ਖੇਤਰ ਤੋਂ ਵੀ ਬਹੁਤ ਸਾਰੇ ਸਿੱਖ ਪਲਾਨ ਕਰਕੇ ਭਾਰਤ ਵਾਲੇ ਪਾਸੇ ਆਏ, ਲੇਕਿਨ ਫਿਰ ਵੀ ਇੱਕ ਅੰਦਾਜ਼ਾ ਹੈ ਕਿ ਪਾਰਟੀਸ਼ਨ ਤੋਂ ਬਾਅਦ ਵੀ 2 ਲੱਖ ਦੇ ਕਰੀਬ ਸਿੱਖ ਭਾਈਚਾਰਾ ਤੇ ਹੋਰ ਭਾਈਚਾਰੇ ਉੱਥੇ ਰਹਿ ਰਹੇ ਸੀਗੇ, ਜਿਹੜੇ ਸਮੇਂ ਦੇ ਨਾਲ ਗਿਣਤੀ ਖੁਰਦੀ ਅੱਜ ਸੈਂਕੜਿਆਂ ਦੇ ਵਿੱਚ ਹੁਣ ਰਹਿ ਗਈ ਹੈ। ਸੋ ਉਹ ਸੀਕੁਐਂਸ ਹੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਕਿ ਆਖਿਰਕਾਰ ਇਹ ਗਿਣਤੀ ਕਿੰਨੀ ਘਟਦੀ ਜਿਹੜੀ ਆ ਹੁਣ ਇਸ ਪੱਧਰ ਤੱਕ ਪਹੁੰਚ ਚੁੱਕੀ ਹੈਗੀ ਆ ਕਿ ਲੱਖਾਂ ਤੋਂ ਹੁਣ ਸੈਂਕੜਿਆਂ ਤੱਕ ਗੱਲ ਆਈ ਹੈਗੀ ਆ। ਉਹ ਕਿਹੜੇ ਕਾਰਨ ਹੈ ਕਿ ਲਗਾਤਾਰ ਘਟਨਾਵਾਂ ਹੋਈਆਂ, ਤੁਹਾਡੇ ਨਾਲ ਘਟਨਾਵਾਂ ਵੀ ਸਾਂਝੀਆਂ ਕਰੂੰਗਾ। ਲੇਕਿਨ 1947 ਦੇ ਉਜਾੜੇ ਤੋਂ ਬਾਅਦ 1980 ਦੇ ਵਿੱਚ ਅਫਗਾਨਿਸਤਾਨ ਰੂਸ ਦੀ ਜੰਗ ਦਰਮਿਆਨ ਵੀ ਉੱਥੋਂ ਪਲਾਇਨ ਸਿੱਖਾਂ ਦਾ ਹੋਇਆ ਹੈਗਾ। ਜਦੋਂ ਡਿਸਟਰਬਿੰਗ ਹੋਈ ਆ ਬਹੁਤ ਵੱਡੀ, ਉੱਥੇ ਅਫਗਾਨਿਸਤਾਨ ਦੇ ਵਿੱਚ ਸਿਵਲ ਵਾਰ ਹੋਈ ਅਤੇ ਤਾਲਿਬਾਨ ਦਾ ਰਾਜ ਆਇਆ। ਤਾਲਿਬਾਨ ਦੇ ਰਾਜ ਆਉਣ ਤੋਂ ਬਾਅਦ ਜਿਹੜੀ ਉਸ ਸਮੇਂ ਕੱਟੜਤਾ ਸੀ ਉਹਨਾਂ ਦੇ ਵੀ ਵੱਡੀ ਪੱਧਰ 'ਤੇ ਪਾਈ ਗਈ ਤੇ ਸਿੱਖਾਂ ਦੇ ਉੱਪਰ ਵੀ ਉਹ ਕਾਨੂੰਨ ਲਾਗੂ ਕੀਤੇ ਗਏ ਜੋ ਉਹਨਾਂ ਨੇ ਸ਼ਹਿਰਾਂ ਦੇ ਲੋਕ ਦੂਜਿਆਂ ਦੇ ਉੱਪਰ ਲਾਗੂ ਕੀਤੇ ਸਨ। ਭਾਵ ਜ਼ਿਆਦਾਤਰ ਬੱਚਿਆਂ ਦੀ ਪੜ੍ਹਾਈ ਨਾ ਕਰਨ ਦੇਣਾ, ਸਿੱਖਾਂ ਨੂੰ ਉਹਨਾਂ ਦੇ ਰਿਵਾਜ ਦੇ ਮੁਤਾਬਕ, ਰਹੁ ਰੁੱਤਾਂ ਮੁਤਾਬਕ ਅੰਤਮ ਸੰਸਕਾਰ ਜਾਂ ਹੋਰ ਰਸਮਾਂ ਕਰਨ ਦੀ ਇਜਾਜ਼ਤ ਨਾ ਦੇਣੀ। ਇਹ ਮੈਨੂੰ ਬਹੁਤ ਸਾਰੇ ਸਿੱਖਾਂ ਨੂੰ ਉਦੋਂ ਉੱਥੋਂ ਆਪਣੇ ਵੱਡ ਵਡੇਰਿਆਂ ਦੀਆਂ ਲਾਸ਼ਾਂ, ਮ੍ਰਿਤਕ ਦੇਹਾਂ ਪਾਕਿਸਤਾਨ ਵਾਲੇ ਪਾਸੇ ਲਿਆ ਕੇ ਸੰਸਕਾਰ ਕਰਨ ਦੀ ਨੌਬਤ ਆਉਂਦੀ ਰਹੀ। ਸੋ ਸਮਾਂ ਬਦਲਦਾ ਗਿਆ। ਇੱਕ ਟਾਈਮ ਉੱਥੇ ਅਮਰੀਕਾ ਗਿਆ ਤਾਂ ਉਹਦੀ ਪ੍ਰਸਤਾਵਿਤ ਸਰਕਾਰ ਬਣੀ। ਉਸ ਸਮੇਂ ਦਰਮਿਆਨ ਵੀ ਸਿੱਖਾਂ ਦਾ ਵੱਖ-ਵੱਖ ਸਮੇਂ 'ਤੇ ਕਤਲੇਆਮ ਹੁੰਦਾ ਰਿਹਾ। ਉਹਦੀ ਜ਼ਿਆਦਾਤਰ ਹੁਣ ਤੱਕ ਜਿਹੜੀਆਂ ਜ਼ਿੰਮੇਵਾਰੀਆਂ ਨੇ ਬਹੁਤ ਵੱਡੀ ਤਰ ਤੱਕ ਆਈਸਿਸ ਨੇ ਲਈਆਂ ਹੈਗੀਆਂ ਨੇ। ਸੋ ਆਈਸਿਸ ਦੇ ਅੱਗੇ ਜਾ ਕੇ ਗੱਲ ਕਰਾਂਗੇ ਕਿ ਆਖਿਰਕਾਰ ਕਿੱਥੇ ਕਿੱਥੇ ਆਈਸਿਸ ਦੀਆਂ ਤਾਰਾਂ ਜੁੜਦੀਆਂ ਹਨ। ਭਾਰਤ ਸਮੇਤ ਬਹੁਤ ਸਾਰੇ ਦੇਸ਼ ਹਨ ਜਿਹੜੇ ਆਈਸਿਸ ਨੂੰ ਕੰਪੋਨੈਂਟ ਪ੍ਰਦਾਨ ਕਰ ਰਹੇ ਹਨ। ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਆਈਸਿਸ ਇੰਡੀਪੈਂਡੈਂਟ ਤੌਰ 'ਤੇ ਸਾਰੇ ਕੰਮ ਕਰ ਰਿਹਾ, ਲੇਕਿਨ ਇੱਕ ਸਟੱਡੀ ਆਈ ਸੀ ਬਹੁਤ ਸਾਰੇ ਕੁਝ ਸਾਲ ਪਹਿਲਾਂ 2016 ਦੇ ਵਿੱਚ, ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। 2016 ਦੇ ਵਿੱਚ ਇਹ ਸਟੱਡੀ ਆਈ ਸੀ। ਸੋ ਫਿਲਹਾਲ ਮੈਂ ਸ਼ੁਰੂਆਤ ਸਮੇਂ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਸੀ। ਇਸ ਵਕਤ ਜਿਹੜੀ ਲੱਖਾਂ ਤੋਂ ਆਬਾਦੀ ਘਟ ਕੇ 0.01 ਤੇ ਸਿਰਫ ਆਬਾਦੀ ਹੈ ਜਿਹੜੀ ਰਹਿ ਗਈ ਹੈ। ਕੁਝ ਪਰਿਵਾਰ, ਗਿਣਤੀ ਦੇ ਪਰਿਵਾਰ ਜਿਹੜੇ ਅੱਜ ਉਸ ਸਮੇਂ ਰਹਿ ਚੁੱਕੇ ਹਨ। 1979 ਦੇ ਵਿੱਚ ਜੇ ਮੈਂ ਗਿਣਤੀ ਕਰਾਂਗੇ 1200 ਪਰਿਵਾਰ ਤੇ ਕੁਝ ਹਜ਼ਾਰ ਗਿਣਤੀ ਜਿਹੜੀ ਸੀ ਰਹਿ ਚੁੱਕੀ ਸੀਗੀ, ਜਿਹੜੀ ਕਿ 2019 ਦੇ ਵਿੱਚ 1000 ਦੇ ਕਰੀਬ ਰਹਿ ਗਈ ਸੀ ਗਿਣਤੀ। ਲਗਭਗ ਜਿਹੜੀਆਂ ਹਿੰਸਕ ਘਟਨਾਵਾਂ ਹੋਈਆਂ ਉਸ ਤੋਂ ਬਾਅਦ 2020 ਦੇ ਵਿੱਚ ਇਹ ਗਿਣਤੀ 700। ਅੱਜ ਦੀ ਡੇਟ ਦੇ ਵਿੱਚ ਉੱਥੇ ਰਹਿ ਗਏ ਸਿੱਖਾਂ ਦੀ ਗਿਣਤੀ 250 ਦੇ ਕਰੀਬ ਦੱਸੀ ਜਾਂਦੀ ਆ ਅਤੇ ਉਹਨਾਂ ਦਾ ਪਲਾਨ ਵੀ ਲਗਾਤਾਰ ਜਾਰੀ ਹੈ। ਲੇਕਿਨ ਇਹਦੇ ਦਰਮਿਆਨ ਜਿਹੜੀ ਇੱਕ ਕੜੀ ਵੱਡੀ ਚੱਲਦੀ ਹੈਗੀ ਆ ਘਟਨਾਵਾਂ ਦੀ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਿਰਕਾਰ ਉਹ ਕਿਹੜੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹੀਆਂ। ਜਿਹਦੇ ਵਿੱਚ ਅਹਿਮ ਘਟਨਾਵਾਂ ਤੁਹਾਡੇ ਨਾਲ ਪਹਿਲੀਆਂ ਸਾਂਝੀਆਂ ਕਰਾਂਗਾ। ਪਹਿਲਾਂ ਕਿ ਇੱਕ ਅਹਿਮ ਘਟਨਾ ਜੁਲਾਈ 1 2018 ਦੇ ਵਿੱਚ ਵਾਪਰੀ ਸੀ। ਇਹ ਰੀਸੈਂਟ ਹੈਗੀ ਆ, ਬਹੁਤ ਕੁਝ ਸਾਲ ਪਹਿਲਾਂ ਜਲਾਲਾਬਾਦ ਦੇ ਵਿੱਚ ਆਤਮਘਾਤੀ ਬੰਬ ਧਮਾਕੇ ਦੇ ਵਿੱਚ 19 ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇੱਕ ਸਮੂਹਿਕ ਕਤਲੇਆਮ ਸੀਗਾ ਜਦੋਂ ਉਹ ਉੱਥੋਂ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਮਿਲਣ ਜਾ ਰਹੇ ਸਨ। ਇਹਦੀ ਜ਼ਿੰਮੇਵਾਰੀ ਵੀ ਆਈਸਿਸ ਨੇ ਲਈ ਸੀ। ਇਸ ਤੋਂ ਇਲਾਵਾ ਹੋਰ ਜਿਹੜੀਆਂ ਮੇਜਰ ਘਟਨਾਵਾਂ ਜਿਹਦੇ ਵਿੱਚ ਮੈਂ ਗੱਲ ਕਰਾਂਗਾ ਕਿ ਕਾਬਲ ਦੇ ਵਿੱਚ ਲਗਾਤਾਰ 26 ਮਾਰਚ 25 ਮਾਰਚ 2020 ਨੂੰ ਕਾਬਲ ਦੇ ਗੁਰਦੁਆਰੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਸੀ, ਜਿਹਦੇ ਵਿੱਚ 24 ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀਗੀ ਅਤੇ ਜਿਹਦੇ ਵਿੱਚ 4 ਸਾਲ ਦੀ ਲੜਕੀ ਤਾਨੀਆ ਵੀ ਮੌਜੂਦ ਸੀਗੀ। 150 ਦੇ ਕਰੀਬ ਜ਼ਖਮੀ ਹੋਏ ਸੀ। ਇੰਨੀ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਈਸਿਸ ਵੱਲੋਂ
कि अगले दिन संस्कार वाले दिन जदों उन्हां मृतकों का संस्कार किया जाना सीगा ते जिस स्थान ते संस्कार होना सीगा उत्थे दोबारा बंब धमाके किए गए। सो ये 2-3 मेजर घटनावां जिहड़ियां सीगियां कतलेआम दियां हुण तक वापरियां, लेकिन मैं सीक्वेंस ही सारियां घटनावां दी दसूंगा कि हुण तक एक स्टेटलैस जिहड़े सिख हैगे आ उन्हां दा वख-वख मुल्कां दे हिस्सिਆਂ ਦੇ ਵਿੱਚ ਜਿੱਥੇ ਅਫਗਾਨਿਸਤਾਨ ਦੀ ਆਪਾਂ ਗੱਲ ਕਰ ਰਹੇ ਹਾਂ ਕੀ ਹਾਲਤ ਹੋ ਰਹੀ ਹੈਗੀ ਆ, ਉਹਨਾਂ ਦੀ ਪੈਰਵਾਈ ਆਖਰਕਾਰ ਜਿਹੜੀਆਂ ਸਾਡੀਆਂ ਸਰਕਾਰਾਂ ਹੈਗੀਆਂ ਨੇ ਉਹਨਾਂ ਵੱਲੋਂ ਕੀਤੀ ਕਿਉਂ ਨਹੀਂ ਜਾ ਰਹੀ। ਸਾਡੇ ਜਿਹੜੇ ਆਗੂ ਬੈਠੇ ਹਨ ਕਿੱਡੀ ਕੁ ਵੱਡੀ ਪੱਧਰ ਤੇ ਉਹਨਾਂ ਦੀ ਜਿਹੜੀ ਪੈਰਵਾਈ ਆ ਉਹ ਕੀਤੀ ਜਾ ਚੁੱਕੀ ਆ ਜਾਂ ਕੀਤੀ ਜਾ ਰਹੀ ਆ। 2010 ਤੋਂ ਲੈ ਕੇ ਹੁਣ ਤੱਕ ਦੀ ਜੇ ਲੜੀ ਦੇਖੀਏ 22 ਫਰਵਰੀ 2010 ਨੂੰ ਤਾਲਿਬਾਨ ਵੱਲੋਂ ਪਾਕਿਸਤਾਨ ਦੇ ਅਫਗਾਨ ਬਾਰਡਰ ਤੇ 2 ਸਿੱਖਾਂ ਦੀ ਗਲਾ ਕੱਟ ਕੇ ਹੱਤਿਆ ਕੀਤੀ ਗਈ ਸੀਗੀ। ਇਹ ਉਹ ਸਮੇਂ ਦੀਆਂ ਗੱਲਾਂ ਹਨ ਜਦੋਂ ਤਾਲਿਬਾਨ ਦੇ ਵਿੱਚ ਪੂਰੀ ਕੱਟੜਤਾ ਪਾਈ ਜਾਂਦੀ ਸੀ। ਇਸ ਗੱਲ ਦੀ ਰਿਲਾਈਜ਼ ਬਿਲਕੁਲ ਨਹੀਂ ਸੀਗਾ। ਦਸੰਬਰ 31 2016 ਨੂੰ ਕੰਦੂਜ ਦੇ ਵਿੱਚ ਸਰਦਾਰ ਨਰਮੋਹਨ ਸਿੰਘ ਬਿੰਦਰਾ ਦੀ ਹੱਤਿਆ ਕਰ ਦਿੱਤੀ ਜਾਂਦੀ ਆ। ਫਰਵਰੀ 29 2017 ਦੇ ਵਿੱਚ ਮੂਰ ਸਿੰਘ ਕੰਧਾਰ ਦੇ ਵਿੱਚ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਗੋਲੀਆਂ ਮਾਰ ਕੇ। ਜੁਲਾਈ 1 2018 ਦੀ ਘਟਨਾ ਜਿਹੜੀ ਅਹਿਮ ਸੀਗੀ ਜਿਹਦੇ ਵਿੱਚ 19 ਸਿੱਖ ਮਾਰੇ ਜਾਂਦੇ ਆ, ਤੁਹਾਨੂੰ ਮੈਂ ਹੁਣੇ ਸਾਂਝੀ ਕੀਤੀ ਆ ਕਿ ਉਹ ਸਿੱਖ ਜਿਹੜੇ ਸੀਗੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਮਿਲਣ ਜਾ ਰਹੇ ਸੀ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਤੇ ਉਹਨਾਂ ਨੂੰ ਆਪਣੇ ਨਿਸ਼ਾਨੇ ਦਾ ਸ਼ਿਕਾਰ ਬਣਾਇਆ ਗਿਆ। ਮਾਰਚ 15 2019 ਨੂੰ ਅਮਰਜੀਤ ਸਿੰਘ ਕਾਬਲ ਦੇ ਵਿੱਚ ਇੱਕ ਸਿੱਖ ਆਗੂ ਸੀਗਾ ਉਹਦੀ ਬੇਰਹਿਮੀ ਨਾਲ ਹੱਤਿਆ ਕੀਤੀ ਜਾਂਦੀ ਆ। ਮਾਰਚ 25 2020 ਦੇ ਵਿੱਚ ਵੀ ਤੁਹਾਡੇ ਨਾਲ ਹੁਣੇ ਮੈਂ ਘਟਨਾ ਸਾਂਝੀ ਕੀਤੀ ਆ ਕਿ 24 ਸਿੱਖਾਂ ਦੀ ਹੱਤਿਆ ਗੁਰਦੁਆਰਾ ਸਾਹਿਬ ਹਰ ਰਾਏ ਸਾਹਿਬ ਦੇ ਵਿੱਚ ਹਮਲਾ ਕਰਕੇ ਕੀਤੀ ਜਾਂਦੀ ਆ। 150 ਦੇ ਕਰੀਬ ਜ਼ਖਮੀ ਹੁੰਦੇ ਆ। 4 ਸਾਲ ਦੀ ਬੱਚੀ ਤਾਨੀਆ, ਇਹਦੇ ਵਿੱਚ ਬੱਚੇ ਵੀ ਸ਼ਾਮਲ ਹੁੰਦੇ ਆ। ਅਗਲੇ ਹੀ ਦਿਨ ਮਾਰਚ 26 ਨੂੰ ਸੰਸਕਾਰ ਦੇ ਟਾਈਮ ਤੇ ਅੰਤਮ ਰਸਮਾਂ ਦੇ ਟਾਈਮ ਤੇ ਵੀ ਉੱਥੇ ਇੱਕ ਬੰਬ ਧਮਾਕੇ ਕੀਤੇ ਜਾਂਦੇ ਆ। ਉਹ ਮਾਰਚ 28 2020 ਦੇ ਵਿੱਚ 10 ਆਈਸਿਸ ਵੱਲੋਂ ਬਕਾਇਦਾ ਅਗਲੇ ਦਿਨ 2 ਦਿਨ ਬਾਅਦ ਇਸ ਘਟਨਾ ਤੋਂ ਬਾਅਦ ਧਮਕੀ ਦਿੱਤੀ ਜਾਂਦੀ ਆ ਸਿੱਖ ਭਾਈਚਾਰੇ ਨੂੰ ਕਿ 10 ਦਿਨਾਂ ਦੇ ਵਿੱਚ ਅਫਗਾਨਿਸਤਾਨ ਛੱਡ ਕੇ ਉਹ ਇੱਥੋਂ ਚਲੇ ਜਾਣ, ਨਹੀਂ ਤੇ ਉਹਨਾਂ ਦਾ ਸਾਰਾ ਕਤਲੇਆਮ ਹੋਰ ਵੀ ਕੀਤਾ ਜਾਊਗਾ। 1 ਫਰਵਰੀ 2021 ਨੂੰ ਸਿੱਖਾਂ ਦੀਆਂ ਦੁਕਾਨਾਂ ਵਿੱਚ ਲਗਾਤਾਰ ਮਲਟੀਪਲ ਬੰਬ ਧਮਾਕੇ ਕੀਤੇ ਜਾਂਦੇ ਆ। 1 ਸਿੱਖ ਦੀ ਜਾਨ ਜਾਂਦੀ ਆ, 1 ਜ਼ਖਮੀ ਹੁੰਦਾ। ਜੂਨ 30 2021 ਨੂੰ ਜਲਾਲਾਬਾਦ ਦੇ ਧਰਮਸ਼ਾਲਾ ਏਰੀਆ ਦੇ ਵਿੱਚ ਵੀ ਧਮਾਕੇ ਕੀਤੇ ਜਾਂਦੇ ਆ ਤੇ 1 ਸਿੱਖ ਦੀ ਹੱਤਿਆ ਕਰ ਦਿੱਤੀ ਜਾਂਦੀ ਆ। ਸੋ ਇਹ ਲਗਾਤਾਰ ਘਟਨਾਵਾਂ ਜਿਹੜੀਆਂ ਵਾਪਰਦੀਆਂ ਰਹੀਆਂ। ਇਸ ਤੋਂ ਇਲਾਵਾ ਜਿਹੜੀ ਅੱਜ ਦੀ ਘਟਨਾ ਜਿਹੜੀ ਆ ਸੈਚਰਡੇ ਦੀ ਘਟਨਾ ਵਾਪਰੀ ਆ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਸੋ ਜ਼ਿਆਦਾਤਰ ਇਹਦੇ ਵਿੱਚ ਘਟਨਾਵਾਂ ਜਿਹੜੀਆਂ ਵੱਡੇ ਜਿਹੜੇ ਕਤਲੇਆਮ ਕੀਤੇ ਹੈਗੇ ਆ, ਜਿਹੜੇ ਇੱਕ ਹੱਤਿਆ ਤੋਂ ਇਲਾਵਾ ਜਿਹੜੇ ਵੱਡੇ ਕਤਲੇਆਮ ਸਮੂਹਿਕ ਕਤਲੇਆਮ ਹੋਏ ਆ ਉਹਦੀ ਜ਼ਿੰਮੇਵਾਰੀ ਆਈਸਿਸ ਲੈਂਦਾ ਰਿਹਾ। ਕੀ ਆਈਸਿਸ, ਕੌਣ ਸਪੋਰਟ ਕਰ ਰਿਹਾ ਆਈਸਿਸ ਨੂੰ? ਆਈਸਿਸ ਨੂੰ ਸਿੱਖਾਂ ਦੇ ਨਾਲ ਕੀ ਪ੍ਰੋਬਲਮ ਹੈ? ਆਈਸਿਸ ਕਿਉਂ ਸਿੱਖਾਂ ਨੂੰ ਉੱਥੋਂ ਕੱਢਣਾ ਚਾਹੁੰਦਾ? ਜਿਹੜੀ ਮੌਜੂਦਾ ਸਰਕਾਰ ਹੈਗੀ ਉੱਥੇ ਤਾਲਿਬਾਨ ਹੈਗੀ ਆ, ਤਾਲਿਬਾਨ ਇਹ ਗੱਲ ਕਹਿ ਰਹੀ ਹੈ ਕਿ ਸਾਨੂੰ ਸਿੱਖਾਂ ਤੋਂ ਹੁਣ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਇੱਥੇ ਰਹਿ ਸਕਦੇ ਆ। ਲੇਕਿਨ ਆਈਸਿਸ ਜੋ ਉੱਥੇ ਰੂਲਿੰਗ ਪਾਰਟੀ ਨਹੀਂ ਹੈ, ਸੀਰੀਆ ਦੇ ਵਿੱਚ ਹੈ ਜਾਂ ਇਰਾਕ ਦੇ ਵਿੱਚ ਹੈ, ਸੋ ਉਹ ਕਿਉਂ ਉੱਥੇ ਸਿੱਖਾਂ ਦੇ ਹਮਲੇ ਵਾਰ-ਵਾਰ ਕਰ ਰਿਹਾ? ਇਹ ਇੱਕ ਸੋਚਣ ਵਾਲੀ ਗੱਲ ਹੈ। ਮੈਂ ਇੱਕ ਸਟੱਡੀ ਤੁਹਾਡੇ ਨਾਲ ਸਾਂਝੀ ਕਰੂੰਗਾ, ਬੜੀ ਸਨਸਨੀਖੇਜ਼ ਸਟੱਡੀ ਹੈ ਕਿ ਆਖਰਕਾਰ ਇਹ ਜਿਹੜੇ ਆਈਸਿਸ ਹੈਗਾ ਇਹਨੂੰ ਸਮੱਗਰੀ ਕੌਣ ਪ੍ਰਦਾਨ ਕਰ ਰਿਹਾ। 2016 ਦੇ ਵਿੱਚ ਇੱਕ CAR ਨਾਂ ਦੀ ਸੰਸਥਾ ਸੀਗੀ ਜਿਹਨੇ ਇੱਕ ਸਟੱਡੀ ਅਧਿਐਨ ਜਾਰੀ ਕੀਤਾ ਸੀਗਾ, ਫੈਕਟ ਫਾਈਂਡਿੰਗ ਅਧਿਐਨ ਸੀਗਾ, ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਕੰਪੋਨੈਂਟ ਰਿਸੀਵ ਕੀਤੇ ਤੇ ਉਹਦੇ ਤੋਂ ਨਾਂ ਜਿਹੜੇ ਮਾਰ ਕੇ ਉਹ ਰੀਡ ਕੀਤੇ ਸੀਗੇ। ਉਹਦੇ ਵਿਭਾਵ ਦੇ ਉੱਪਰ ਜਿਹੜੇ ਕੰਪੋਨੈਂਟ ਵਿਸਫੋਟਕ ਸਮੱਗਰੀ ਨੂੰ ਬਣਾਉਣ ਦੇ ਵਿੱਚ ਵਰਤੇ ਜਾਂਦੇ ਆ ਅਤੇ ਇਹ ਆਈਸਿਸ ਵਿਸਫੋਟਕ ਸਮੱਗਰੀ ਨੂੰ ਬਣਾਉਂਦਾ ਸੀ, ਉਹ ਕੰਪੋਨੈਂਟ ਜਿਹੜੇ ਵਰਤੇ ਜਾਂਦੇ ਉਹਨਾਂ ਦੇ ਉੱਪਰ ਜਿਹੜੇ ਮਾਰ ਕੇ ਜਿਨ੍ਹਾਂ ਕੰਟਰੀਆਂ ਦੇ ਪਾਏ ਗਏ, ਉਸ ਵਿਭਾਵ ਦੇ ਉੱਪਰ ਸਟੱਡੀ ਇਹ ਸੀਗੀ ਕਿ ਕੁੱਲ 20 ਦੇਸ਼ਾਂ ਦੀਆਂ 52 ਕੰਪਨੀਆਂ ਇਹਨਾਂ ਆਈਸਿਸ ਜਿਹੜੇ ਹੈਗੇ ਅੱਤਵਾਦੀ ਹੈਗੇ ਆ, ਕਾਤਲ ਹੈਗੇ ਆ, ਇਹਨਾਂ ਨੂੰ ਕੰਪੋਨੈਂਟ ਸਮੱਗਰੀ ਪ੍ਰਦਾਨ ਕਰ ਰਹੀਆਂ, ਵਿਸਫੋਟਕ ਜਿਹੜੇ ਪਦਾਰਥ ਹੈਗੇ ਆ, ਬੰਬ ਜਿਹੜੇ ਤਿਆਰ ਕਰਨ ਵਾਸਤੇ। ਉਹਦੇ ਵਿੱਚ ਅਹਿਮ ਗੱਲ ਮੈਂ ਤੁਹਾਨੂੰ ਦੱਸੂਗਾ ਕਿ 7 ਕੰਪਨੀਆਂ ਭਾਰਤ ਦੀਆਂ ਹਨ
ਜਿਹੜੀਆਂ ਆਈਸਿਸ ਨੂੰ ਵੱਖ-ਵੱਖ ਕੰਪੋਨੈਂਟ ਪ੍ਰਦਾਨ ਕਰ ਰਹੀਆਂ ਹਨ ਔਰ ਉਹ ਕੰਪਨੀਆਂ ਲਾਇਸੈਂਸ ਸ਼ੁਦਾ ਹਨ, ਭਾਰਤ ਤੋਂ ਬਕਾਇਦਾ ਲਾਇਸੈਂਸ ਸ਼ੁਦਾ ਹਨ ਅਤੇ ਲੀਗਲ ਤਰੀਕੇ ਦੇ ਨਾਲ ਉਹ ਐਕਸਪੋਰਟ ਕਰ ਰਹੀਆਂ ਇਹਨਾਂ ਕੰਪੋਨੈਂਟ ਦਾ। ਇਹ ਕੰਪੋਨੈਂਟ ਕਿਹੜੇ ਹਨ ਲਗਾਤਾਰ ਜਿਹੜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਹਦੇ ਵਿੱਚ ਡੈਟੋਨੇਟਰਸ ਨੇ, ਡੈਟੋਨੇਟਰ ਕੌਰਡਸ ਨੇ, ਫਿਊਜ਼ਸ ਜਿਹੜੇ ਵਰਤੇ ਜਾਂਦੇ ਆ ਅਤੇ ਆਈਫੋਨ ਨੋਕੀਆ ਜਿਹੜਾ ਨੋਕੀਆ 5 ਜਿਹੜਾ ਫੋਨ ਸੀਗਾ ਇਹਨੂੰ ਐਜ਼ ਏ ਰਿਮੋਟ ਕੰਟਰੋਲ ਵਰਤਿਆ ਜਾਂਦਾ ਰਿਹਾ ਹੈਗਾ। ਇਹਦੀ ਵੱਡੀ ਪੱਧਰ ਤੇ ਐਕਸਪੋਰਟੇਸ਼ਨ ਆਈਸਿਸ ਨੂੰ ਭਾਰਤ ਦੀਆਂ 7 ਕੰਪਨੀਆਂ ਵੱਲੋਂ ਜਿਹੜੇ ਮੈਂ ਕੰਪੋਨੈਂਟ ਤੁਹਾਨੂੰ ਦੱਸੇ ਹੈਗੇ ਇਹਨਾਂ ਦੀ ਕੀਤੀ ਜਾਂਦੀ ਰਹੀ ਆ। ਸੋ ਇਹ ਸਟੱਡੀ ਦੇ ਵਿੱਚ ਇਹ ਦੱਸਿਆ ਗਿਆ ਕਿ ਇਕੱਲਾ ਭਾਰਤ ਨਹੀਂ, ਬੈਲਜੀਅਮ ਅਤੇ ਤੁਰਕੀ ਵੀ ਇੱਦਾਂ ਦੇ ਦੇਸ਼ ਹੈਗੇ ਆ ਜਿਹੜੇ ਇਹਨਾਂ ਦੀਆਂ ਇਹ ਦੇਸ਼ਾਂ ਦੀਆਂ ਕੰਪਨੀਆਂ ਆਪਣੇ ਕੰਪੋਨੈਂਟ ਜਿਹੜੇ ਆ ਉਹ ਆਈਸਿਸ ਨੂੰ ਪ੍ਰਦਾਨ ਕਰ ਰਹੀਆਂ। ਸੋ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਦੇਸ਼ ਹੈਗੇ ਨੇ ਜਿਹੜੇ ਜਿਨ੍ਹਾਂ ਦੀਆਂ 152 ਦੇ ਕਰੀਬ ਕੰਪਨੀਆਂ ਜਿਹੜੀਆਂ ਹੈਗੀਆਂ ਆਈਸਿਸ ਨੂੰ ਵਿਸਫੋਟਕ ਸਮੱਗਰੀ ਤਿਆਰ ਕਰਨ ਵਾਸਤੇ ਜੋ ਕੰਪੋਨੈਂਟ ਵਰਤੇ ਜਾਂਦੇ ਆ ਉਹ ਬਕਾਇਦਾ ਐਕਸਪੋਰਟ ਕੀਤੇ ਜਾਂਦੇ ਆ, ਪੈਸਾ ਲਾਇਆ ਜਾਂਦਾ ਉਹਦੇ ਬਦਲੇ। ਸੋ ਆਖਰਕਾਰ ਜੇ ਮੈਂ ਗੱਲ ਭਾਰਤ ਦੀ ਕਰਾਂ, ਜਦੋਂ ਤੋਂ ਸਿੱਖਾਂ ਦਾ ਭਾਰਤ ਦੇ ਵਿੱਚ ਰਲੇਵਾਂ ਹੋਇਆ ਅਤੇ ਸਮੇਂ-ਸਮੇਂ 'ਤੇ ਜੋ ਵੀ ਭਾਰਤ ਸਰਕਾਰ ਵੱਲੋਂ ਫੈਸਲੇ ਲਏ ਜਾਂਦੇ ਰਹੇ, ਚੰਗੇ ਫੈਸਲਿਆਂ ਦੀ ਸ਼ਲਾਘਾ ਹੋਈ ਲੇਕਿਨ ਮਾੜੇ ਫੈਸਲਿਆਂ ਖਿਲਾਫ ਸਿੱਖ ਹਮੇਸ਼ਾ ਖੜ੍ਹਦੇ ਰਹੇ ਆ, ਚਾਹੇ ਉਹ ਕਿਸੇ ਹੋਰ ਕਮਿਊਨਿਟੀ ਦੇ ਖਿਲਾਫ ਵੀ ਕਿਉਂ ਨਾ ਲਏ ਜਾਂਦੇ ਰਹਿਣ। ਇਹਦੇ ਵਿੱਚ CAA ਇੱਕ ਇੱਦਾਂ ਦਾ ਫੈਸਲਾ ਸੀਗਾ ਜਿਹਦੇ ਵਿੱਚ ਸਿੱਖਾਂ ਨੂੰ ਤੇ ਸ਼ਾਮਲ ਕਰ ਲਿਆ ਗਿਆ ਲੇਕਿਨ ਹਿੰਦੂ ਜਿਹੜਾ ਮੁਸਲਮਾਨ ਭਾਈਚਾਰਾ ਸੀਗਾ ਉਸ ਨੂੰ ਇਸ ਤੋਂ ਵਾਂਝਾ ਕੀਤਾ ਗਿਆ ਇਮੀਗ੍ਰੇਸ਼ਨ ਦੇਣ ਤੋਂ। ਸੋ ਉਸ ਸਮੇਂ 'ਤੇ ਸਿੱਖਾਂ ਵੱਲੋਂ ਵੱਡੀ ਪੱਧਰ 'ਤੇ ਰੋਸ ਪ੍ਰਗਟ ਕੀਤਾ ਗਿਆ ਸੀਗਾ, ਆਵਾਜ਼ ਉਠਾਈ ਗਈ ਸੀਗੀ ਭਾਰਤ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਵੀ, ਤੇ ਭਾਰਤ ਦੇ CAA ਕਾਨੂੰਨ ਦਾ ਵਿਰੋਧ ਕੀਤਾ ਗਿਆ ਸੀ। ਐਨ ਉਸੇ ਮੌਕੇ 'ਤੇ ਹੀ ਜਿਹੜਾ ਅਟੈਕ ਗੁਰਦੁਆਰਾ ਗੁਰੂ ਹਰ ਰਾਏ ਕਾਬਲ ਦੇ ਵਿੱਚ ਹੁੰਦਾ ਹੈਗਾ, ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ, 24 ਸਿੱਖ ਜਿੱਥੇ ਮਾਰੇ ਜਾਂਦੇ ਆ, ਆਈਸਿਸ ਦੀ ਜ਼ਿੰਮੇਵਾਰੀ ਫਿਰ ਲੈਂਦਾ ਤੇ ਭਾਰਤ ਸਰਕਾਰ ਦਾ ਇਹ ਬਿਆਨ ਆਉਂਦਾ ਹੈਗਾ ਆ ਕਿ ਜੇ ਸਿੱਖ CAA ਦਾ ਵਿਰੋਧ ਨਾ ਕਰਨ ਤਾਂ ਉਹਨਾਂ ਨੂੰ ਚੰਗਾ ਹੈਗਾ ਆ, ਉਹਨਾਂ ਨੂੰ ਇੱਥੇ ਇਮੀਗ੍ਰੇਸ਼ਨ ਭਾਰਤ ਦੇ ਵਿੱਚ ਮਿਲਦੀ ਪਈ ਹੈਗੀ ਆ, ਸੋ ਉਹਨਾਂ ਨੂੰ CAA ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਮੌਕੇ ਇਸ ਤਰ੍ਹਾਂ ਦੇ ਆਉਂਦੇ ਹੈਗੇ ਆ ਜਿਸ ਤੋਂ ਇਹ ਲੱਗਦਾ ਹੈਗਾ ਕਿ ਸਿੱਖਾਂ ਦੇ ਖਿਲਾਫ ਆਖਰ ਆਈਸਿਸ ਮਗਰ ਕਿਉਂ ਪਿਆ ਹੈਗਾ, ਜ਼ਿੰਮੇਵਾਰੀ ਉਹਦੇ ਵੱਲੋਂ ਲਈ ਜਾਂਦੀ ਆ। ਲੇਕਿਨ ਇਹ ਬੜੀਆਂ ਡੂੰਘੀਆਂ ਗੱਲਾਂ ਹੈਗੀਆਂ ਜਿਹਦੇ ਵਿੱਚ ਮੈਂ ਤੁਹਾਨੂੰ ਗੱਲ ਸਾਂਝੀ ਕਰੂੰਗਾ ਕਿ ਆਖਰਕਾਰ ਭਾਰਤ ਸਰਕਾਰ, ਭਾਰਤ ਦੇਸ਼ ਜਿੱਥੇ ਸਿੱਖ ਰਹਿ ਰਹੇ ਹੈਗੇ ਆ, ਜਿਨ੍ਹਾਂ ਦੇ ਸਿੱਖ ਨਾਗਰਿਕ ਹੈਗੇ ਆ, ਆਖਰਕਾਰ ਜੇ ਉਹਨਾਂ ਦਾ ਕਤਲੇਆਮ ਅਫਗਾਨਿਸਤਾਨ ਦੇ ਵਿੱਚ ਜਿਹੜੀ ਧਿਰ ਕਰ ਰਹੀ ਆ ਉਸ ਨੂੰ ਇਹ ਕੰਪੋਨੈਂਟ ਭਾਰਤ ਦੀਆਂ ਕੰਪਨੀਆਂ ਪ੍ਰੋਵਾਈਡ ਕਿਉਂ ਕਰ ਰਹੀਆਂ ਹੈਗੀਆਂ। ਹੁਣ ਤੱਕ ਭਾਰਤ ਸਰਕਾਰ ਨੇ ਇਹਦੇ ਸੰਬੰਧੀ ਆਪਣਾ ਪੱਖ ਕੀ ਰੱਖਿਆ ਹੈਗਾ ਆ। ਸੋ ਇਹ ਗੱਲ ਮੀਡੀਆ ਦੇ ਵਿੱਚ ਬੜੀ ਵੱਡੀ ਪੱਧਰ 'ਤੇ ਚੱਲ ਰਹੀ ਹੈਗੀ ਹੈ। ਖਬਰ ਵੀ ਰॉयਟਰਸ ਦੀ ਖਬਰ ਹੈਗੀ ਆ, ਭਾਰਤ ਦੀਆਂ ਆਪਣੀਆਂ ਅਖਬਾਰਾਂ ਦੀ ਇਹ ਖਬਰ ਸੀ 1916 ਦੇ ਵਿੱਚ ਜਿਹੜੀ ਕਵਰੇਜ ਸੀਗੀ ਕਿ ਭਾਰਤ ਦੀਆਂ 7 ਕੰਪਨੀਆਂ ਆਈਸਿਸ ਨੂੰ ਕੰਪੋਨੈਂਟ ਜਿਹੜੀਆਂ ਪ੍ਰਦਾਨ ਕਰ ਰਹੀਆਂ ਵਿਸਫੋਟਕ ਪਦਾਰਥ ਬਣਾਉਣ ਵਾਸਤੇ। ਸੋ ਇਹ ਜਿਹੜੀ ਤੁਹਾਡੇ ਨਾਲ ਜਾਣਕਾਰੀ ਮੈਂ ਸਾਂਝੀ ਕੀਤੀ ਹੈਗੀ ਆ, ਵੱਡੀਆਂ ਅਖਬਾਰਾਂ ਰॉयਟਰਸ ਹੈਗੀਆਂ ਨੇ ਜਾਂ CBC ਹੈਗੀਆਂ ਨੇ ਜਾਂ ਹੋਰ ਜਿਹੜੀਆਂ ਇੰਟਰਨੈਸ਼ਨਲ ਪੱਧਰ ਦੀਆਂ ਅਖਬਾਰਾਂ ਵੱਡੀਆਂ ਜਿਹੜੇ ਸੋਰਸ ਹੈਗੇ ਉਹਨਾਂ ਦੀਆਂ ਪੁਖਤਾ ਖਬਰਾਂ ਦੇ ਆਧਾਰ 'ਤੇ ਅਸੀਂ ਤੁਹਾਡੇ ਨਾਲ ਖਬਰਾਂ ਜਿਹੜੀ ਸਾਰੀ ਗੱਲ ਸਾਂਝੀ ਕਰ ਰਹੇ ਹਾਂ। ਹੁਣ ਮੈਂ ਅੱਗੇ ਆਊਂਗਾ ਕਿ ਹੁਣ ਤੱਕ ਉੱਥੋਂ ਸਿੱਖ ਤੇ ਹਿੰਦੂ ਭਾਈਚਾਰੇ ਦਾ ਪਲਾਨ ਕਰਾਉਣ ਵਾਸਤੇ ਹੁਣ ਤੱਕ ਕੀ ਯਤਨ ਹੋਏ ਹੈਗੇ ਆ। ਯਤਨ ਭਾਰਤ ਸਰਕਾਰ ਨੇ ਵੀ ਕੀਤੇ ਹੈਗੇ ਆ, ਉਹਨਾਂ ਨੂੰ ਉੱਥੇ ਲਿਜਾਇਆ ਗਿਆ ਹੈਗਾ, ਲੇਕਿਨ ਵੱਡੀ ਪੱਧਰ ਦੇ ਉੱਪਰ ਜਿਹੜਾ ਸਿੱਖ ਤੇ ਹੋਰ ਭਾਰਤੀ ਭਾਈਚਾਰਾ ਬਾਹਰਲੇ ਮੁਲਕਾਂ ਦੇ ਵਿੱਚ ਵਸਦਾ ਹੈਗਾ ਉਹਦੇ ਵੱਲੋਂ ਲਗਾਤਾਰ ਇਹ ਯਤਨ ਕੀਤੇ ਜਾਂਦੇ ਰਹੇ ਆ ਕਿ ਆਖਰਕਾਰ ਜਿਹੜੇ ਉੱਥੇ ਅਫਗਾਨ ਸਿੱਖ ਹੈਗੇ, ਖਾਸ ਕਰਕੇ ਜੇ ਮੈਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਗੱਲ ਕਰਾਂ ਅਤੇ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ, ਜਿਹੜੇ ਮਨਮੀਤ ਸਿੰਘ ਭੁੱਲਰ ਜਿਹੜੇ ਲਬਾਟਾ ਤੋਂ MPP ਸੀਗੇ, ਉਹਨਾਂ ਦੇ ਅਣਥੱਕ ਯਤਨਾਂ ਸਦਕਾ ਹੀ ਹੁਣ ਤੱਕ ਕੁਝ ਪਰਿਵਾਰ ਜਿਹੜੇ ਹੈਗੇ ਆ ਕੈਨੇਡਾ ਦੇ ਵਿੱਚ ਆ ਪਾਏ ਆ। ਸੋ ਕੈਨੇਡਾ ਸਰਕਾਰ ਦੀ ਜੇ ਮੈਂ ਗੱਲ ਕਰਾਂ, ਕੈਨੇਡਾ ਸਰਕਾਰ ਨੇ ਪਹਿਲੀ ਵਾਰ ਅਗਸਤ 13, 2021 ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਐਲਾਨਿਆ ਸੀਗਾ ਜਿਹਦੇ ਵਿੱਚ ਉਹਨਾਂ ਕਿਹਾ ਸੀਗਾ 20,000 ਸਿੱਖ, 20,000 ਜਿਹੜੇ ਅਫਗਾਨ ਰਿਫਿਊਜੀ ਜਿਨ੍ਹਾਂ ਦੇ ਵਿੱਚ ਹਿੰਦੂ ਅਤੇ ਸਿੱਖ ਵੀ ਸ਼ਾਮਲ ਹੋਣਗੇ, ਉਹਨਾਂ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਜਾਊਗਾ, ਇੱਥੇ ਰੀਸੈਟਲ ਕੀਤਾ ਜਾਊਗਾ ਲਿਆ ਕੇ।
ਇਹ ਪ੍ਰੋਗਰਾਮ ਹੁਣ ਤੱਕ ਕਿੰਨਾ ਕੁ ਸਫਲ ਹੋ ਪਾਇਆ। ਲੇਕਿਨ ਇਹਦੇ ਤੋਂ ਪਹਿਲਾਂ ਜੇ ਮੈਂ ਤੁਹਾਡੇ ਨਾਲ ਚਾਨਣਾ ਪਾਉਣਾ ਚਾਹਾਂ ਕਿ ਮਨਵੀਰ ਸਿੰਘ ਭੁੱਲਰ ਫਾਊਂਡੇਸ਼ਨ ਵੱਲੋਂ ਲਗਾਤਾਰ 2015 ਤੋਂ ਤੇ WSO ਵੱਲੋਂ ਇਸ ਤੋਂ ਵੀ ਪਹਿਲਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਜਿਹੜੀ ਸਪਾਂਸਰਸ਼ਿਪ ਦੇ ਆਧਾਰ ਦੇ ਉੱਪਰ ਪ੍ਰਾਈਵੇਟ ਇਨੀਸ਼ੀਏਟਿਵ ਲੈ ਕੇ ਲਗਭਗ 65 ਦੇ ਕਰੀਬ ਸਿੱਖਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਰੀਸੈਟਲ ਕੀਤਾ ਗਿਆ ਲਿਆ ਕੇ, ਜਿਹਦੇ ਵਿੱਚ ਜੇ ਮੈਂ ਮੇਨ ਤੌਰ ਤੇ ਗੱਲ ਕਰਾਂ ਕਿ WSO ਨੇ ਬੜੀ ਮਿਹਨਤ ਇਸ ਸੰਬੰਧ ਵਿੱਚ ਕੀਤੀ ਹੈਗੀ ਆ। ਜਿਹੜੇ ਇਸ ਵਕਤ 250 ਦੇ ਕਰੀਬ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਸਿੱਖ ਜਿਹੜੇ ਹੈਗੇ ਆ ਅਫਗਾਨਿਸਤਾਨ ਦੇ ਵਿੱਚ ਸਿਰਫ ਰਹਿ ਗਏ ਹੈਗੇ ਆ। 60 ਨੂੰ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇੱਕ ਟਾਈਮ ਤੇ ਦਿੱਤੀ ਗਈ ਸੀਗੀ। ਕੈਨੇਡਾ ਦੀ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਹੈਗੀ ਆ ਤੇ ਮਨਵੀਰ ਸਿੰਘ ਭੁੱਲਰ ਫਾਊਂਡੇਸ਼ਨ ਹੈਗਾ, 2015 ਤੋਂ ਮਨਵੀਰ ਸਿੰਘ ਭੁੱਲਰ ਜਿਹੜੇ ਸੀ ਬੜਾ ਗ੍ਰੇਟ ਵਰਕ ਕਰ ਰਹੇ ਸੀ। ਜੇ ਉਹ ਇਸ ਦੁਨੀਆ ਤੋਂ ਇੱਕ ਸੜਕ ਹਾਦਸੇ 'ਚ ਨਾ ਜਾਂਦੇ ਤੇ ਸ਼ਾਇਦ ਹੁਣ ਤੱਕ ਇਹ ਜਿਹੜੇ ਸਿੱਖ ਕਤਲੇਆਮ ਦੇ ਵਿੱਚ ਮਾਰੇ ਗਏ ਆ ਇਹ ਨਾ ਮਾਰੇ ਜਾਂਦੇ, ਭਾਵ ਹੁਣ ਤੱਕ ਸਾਰੇ ਸਿੱਖ ਹੀ ਇੱਥੇ ਪਲਾਨ ਕਰ ਚੁੱਕੇ ਹੁੰਦੇ। ਸੋ ਜੇ ਮੈਂ ਗੱਲ ਕਰਾਂ ਅਜੇ 2021 ਦੇ ਵਿੱਚ 200 ਸਿੱਖਾਂ ਨੂੰ ਜਿਹੜਾ ਸੀਗਾ ਇੱਥੇ ਪਲਾਨ ਕਰਵਾਇਆ ਗਿਆ। WSO ਤੇ ਮਨਵੀਰ ਸਿੰਘ ਭੁੱਲਰ ਫਾਊਂਡੇਸ਼ਨ ਦੇ ਯਤਨਾਂ ਸਦਕਾ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ 200 ਦੇ ਕਰੀਬ ਸਿੱਖਾਂ ਨੂੰ ਇੱਥੇ ਪਲਾਨ ਕਰਵਾਇਆ ਗਿਆ ਤੇ ਉਹਨਾਂ ਨੂੰ ਜਿਹੜੇ ਕੈਨੇਡਾ ਦੇ ਸੂਬੇ ਸਿਟੀ ਹੈਗੇ ਕੈਲਵੋਨਾ, ਸਰੀ ਤੇ ਕੈਲਗਰੀ ਦੇ ਵਿੱਚ ਲਿਆ ਕੇ ਵਸਾਇਆ ਗਿਆ। ਸੋ ਪ੍ਰਾਈਵੇਟ ਸਪਾਂਸਰਸ਼ਿਪ ਦੇ ਆਧਾਰ ਤੇ ਇਹਨਾਂ ਨੂੰ ਵਸਾਇਆ ਗਿਆ ਸੀਗਾ। ਜੇ ਮੈਂ ਗੱਲ ਕਰਾਂ ਟਰੂਡੋ ਸਰਕਾਰ ਦੀ, ਲਿਬਰਲ ਸਰਕਾਰ ਦੀ, ਤੇ ਜਿਹੜਾ 20,000 ਸਿੱਖਾਂ 20,000 ਜਿਹੜੇ ਅਫਗਾਨ ਰਿਫਿਊਜੀ ਸੀਗੇ ਉਹਨਾਂ ਨੂੰ ਮੰਗਾਉਣ ਦਾ ਇੱਕ ਟੀਚਾ ਸੀਗਾ, ਉਹ ਕਾਫੀ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ। ਕਿਉਂਕਿ ਜਿੰਨੀ ਵੱਡੀ ਸਰਕਾਰ ਨੇ ਗੱਲ ਕੀਤੀ ਸੀ ਉਨੀ ਵੱਡੀ ਗੱਲ ਸਰਕਾਰ ਉਹਨੂੰ ਨਿਭਾ ਨਹੀਂ ਪਾਈ। ਜਦੋਂ ਇੱਕਦਮ ਤਾਲਿਬਾਨ ਦਾ ਰਾਜ ਆਉਣ ਤੋਂ ਬਾਅਦ ਇੱਥੇ ਰਸ਼ ਪਿਆ ਤਾਂ ਜਿਹੜੀ ਕੈਨੇਡਾ ਲਿਬਰਲ ਸਰਕਾਰ ਸੀਗੀ ਉਸ ਜਿਹੜਾ ਐਪਲੀਕੇਸ਼ਨਾਂ ਜਿੰਨੀਆਂ ਆਈਆਂ ਉਹਨਾਂ ਨੂੰ ਉਹ ਕੰਸੋਲੀਡੇਟ ਦੇ ਤੌਰ ਦੇ ਉੱਤੇ ਇਕੱਠਾ ਕਰਕੇ ਉਹਨਾਂ ਨੂੰ ਉਸ ਪੱਧਰ ਦਾ ਰਿਸਪੌਂਸ ਨਹੀਂ ਦੇ ਪਾਈ ਜਿਸ ਪੱਧਰ ਦਾ ਰਿਸਪੌਂਸ ਮਾਨਵਤਾ ਦੇ ਆਧਾਰ ਤੇ ਦੇਣਾ ਚਾਹੀਦਾ ਸੀ। ਸੋ ਇਸ ਸੰਬੰਧੀ ਜੇ ਮੈਂ ਇੱਕ ਅਹਿਮ ਖੁਲਾਸਾ ਕਰਾਂ ਕਿ ਪਿੱਛੇ ਜੇ NDP ਦੇ ਆਗੂ, NDP ਪਾਰਟੀ ਤੇ NDP ਦੇ ਆਗੂ ਜਗਮੀਤ ਸਿੰਘ ਹੋਣਾ ਵੱਲੋਂ ਇੱਕ ਆਵਾਜ਼ ਉਠਾਈ ਗਈ ਸੀ ਕਿ 1900 ਦੇ ਕਰੀਬ ਫਾਈਲਾਂ ਜਿਹੜੀਆਂ ਹੈਗੀਆਂ ਲਿਬਰਲ ਸਰਕਾਰ ਨੇ ਗਾਇਬ ਕਰ ਦਿੱਤੀਆਂ, ਜਿਹੜੀਆਂ ਅਫਗਾਨਿਸਤਾਨ ਤੋਂ ਲੋਕ ਇੱਥੇ ਆਉਣਾ ਚਾਹੁੰਦੇ ਸੀਗੇ। ਇਹਦੇ ਸੰਬੰਧ ਵਿੱਚ ਹਾਲੇ ਤੱਕ ਟਰੂਡੋ ਸਰਕਾਰ ਇੰਨਾ ਪੁਖਤਾ ਜਵਾਬ ਨਹੀਂ ਦੇ ਪਾਈ ਕਿ ਆਖਰਕਾਰ ਉਹ ਫਾਈਲਾਂ ਦਾ ਨਿਪਟਾਰਾ ਕਿਉਂ ਨਹੀਂ ਕੀਤਾ ਗਿਆ ਜਾਂ ਉਹ ਕਿੱਥੇ ਗਈਆਂ। ਸਿਰਫ ਤੇ ਸਿਰਫ ਇਮੀਗ੍ਰੇਸ਼ਨ ਮੰਤਰੀ ਦਾ, ਫੈਡਰਲ ਇਮੀਗ੍ਰੇਸ਼ਨ ਮੰਤਰੀ ਦਾ ਇਹ ਬਿਆਨ ਆਇਆ ਸੀ ਕਿ ਉਹ ਫਾਈਲਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਿਫਿਊਜ਼ ਹੋਈਆਂ ਸੀ। ਲੇਕਿਨ ਇੰਨੀ ਵੱਡੀ ਪੱਧਰ ਤੇ ਫਾਈਲਾਂ ਦਾ ਰਿਫਿਊਜ਼ ਹੋਣਾ, ਜਦੋਂ ਕਿ ਉੱਥੇ ਇੱਕ ਜੈਨੂਇਨਟੀ ਇਹ ਹੈਗੀ ਕਿ ਅਜੇ ਟੀਚਾ ਗੌਰਮੈਂਟ ਦਾ ਟੀਚਾ ਅੱਧ ਵਿੱਚ ਪਿਆ ਸੀਗਾ, ਅਜੇ ਪੂਰਾ ਨਹੀਂ ਹੋਇਆ। ਟਰੂਡੋ ਸਰਕਾਰ ਦਾ ਇਹ ਕਹਿਣਾ ਹੈਗਾ ਕਿ ਉੱਥੇ ਤਾਲਿਬਾਨ ਇਸ ਗੱਲ ਦੇ ਵਿੱਚ ਵੱਡੀ ਪੱਧਰ ਤੇ ਢਿੱਕਾ ਲਾ ਰਹੇ ਆ ਕਿ ਜਿਹੜੇ ਉੱਥੋਂ ਪਰਿਵਾਰ ਇੱਥੇ ਆਉਣਾ ਚਾਹੁੰਦੇ ਹੈਗੇ ਆ ਉਹਨਾਂ ਨੂੰ ਲਿਆਉਣ ਦੇ ਵਿੱਚ। ਲੇਕਿਨ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੂੰਗਾ ਕਿ ਜਿਹੜੇ ਸਾਡੇ ਪਿਛਲੇ ਸਾਲ ਦੇ ਜਿਹੜੇ ਕੰਜ਼ਰਵੇਟਿਵ ਦੇ 26 ਦੇ ਕਰੀਬ MP ਸੀਗੇ, NDP ਵੀ ਉਹਦੇ ਵਿੱਚ ਸ਼ਾਮਲ ਸੀਗੀ, 26 ਦੇ ਕਰੀਬ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੇ ਸਮੂਹਿਕ ਰੂਪ ਦੇ ਵਿੱਚ ਇੱਕ ਲੈਟਰ ਵੀ ਟਰੂਡੋ ਸਰਕਾਰ ਨੂੰ ਲਿਖਿਆ ਸੀ, ਲਿਬਰਲ ਸਰਕਾਰ ਨੂੰ, ਕਿ ਉੱਥੋਂ ਵੱਡੀ ਪੱਧਰ ਤੇ ਜਿਹੜੇ ਸਿੱਖ ਤੇ ਹਿੰਦੂ ਜਿਹੜੇ ਪਰਿਵਾਰ ਹੈਗੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਜਾਵੇ। ਲੇਕਿਨ ਟਰੂਡੋ ਸਰਕਾਰ ਨੇ ਓਨੀ ਸਰਗਰਮੀ ਇਹਦੇ ਤੇ ਨਹੀਂ ਦਿਖਾਈ ਜਿੰਨੀ ਸਰਗਰਮੀ ਉਹ ਬਿਆਨਾਂ ਦੇ ਵਿੱਚ ਤੇ ਆਮ ਉਹ ਗੱਲ ਕਰਨ ਦੇ ਵਿੱਚ ਦਿਖਾਉਂਦੇ ਨੇ। ਜੇ ਮੈਂ ਇਹ ਮੰਨਦਾ ਹੈਗਾ ਕਿ USA ਖਾਸ ਕਰਕੇ ਅਮਰੀਕਾ ਨੇ ਵੀ ਪ੍ਰਵਾਨਿਤ ਤਰੀਕੇ ਦੇ ਨਾਲ ਅਫਗਾਨਿਸਤਾਨ ਤੋਂ ਜਿਨ੍ਹਾਂ ਨੇ ਮਦਦ ਕੀਤੀ ਸੀ, ਪਲੱਸ ਜਿਹੜੀਆਂ ਘੱਟ ਗਿਣਤੀਆਂ ਉੱਥੇ ਹੈਗੀਆਂ ਸਿੱਖ ਤੇ ਹਿੰਦੂ, ਉਹਨਾਂ ਨੂੰ ਇੱਥੇ ਖੁੱਲ੍ਹੇ ਦਿਲ ਦੇ ਨਾਲ ਅਮਰੀਕਾ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਨਹੀਂ ਦਿੱਤੀ। ਜੇ ਦਿੱਤੀ ਹੁੰਦੀ ਤੇ ਅੱਜ ਸਾਡੇ ਸਿੱਖ ਭਰਾ ਉੱਥੇ ਕਤਲੇਆਮ ਦੇ ਵਿੱਚ ਨਾ ਮਾਰੇ ਜਾਂਦੇ। ਇਸੇ ਤਰ੍ਹਾਂ ਹੀ ਕੈਨੇਡਾ ਸਰਕਾਰ ਜੇ ਖੁੱਲ੍ਹੇ ਦਿਲ ਦੇ ਨਾਲ, ਅੱਜ ਵੀ 250 ਪਰਿਵਾਰ ਹਨ, ਹਜ਼ਾਰਾਂ ਜਿਹੜੇ ਪਰਿਵਾਰ ਯੂਕਰੇਨ ਤੋਂ ਮੰਗਵਾਏ ਜਾ ਰਹੇ ਉਸ ਦੇ ਖਿਲਾਫ ਨਹੀਂ ਹੈਗੇ। ਲੇਕਿਨ ਜੇ 250 ਜਿਹੜੇ ਸਿਰਫ 250 ਉੱਥੇ ਸਿੱਖ ਤੇ ਹਿੰਦੂ ਹੋਰ ਹੋ ਸਕਦੇ, ਉਹਨਾਂ ਦੀ ਗਿਣਤੀ ਹੋ ਸਕਦੀ, ਜੇ ਉਹਨਾਂ ਨੂੰ ਮਾਨਵਤਾ ਦੇ ਆਧਾਰ ਤੇ ਤੁਰੰਤ ਇੱਥੇ ਲਿਆਂਦਾ ਜਾਵੇ ਤੇ ਕੈਨੇਡਾ ਸਰਕਾਰ ਤੇ ਬਹੁਤ ਵੱਡਾ ਇਕੋਨਮੀ ਦਾ ਭਾਰ ਨਹੀਂ ਪਏਗਾ। ਲੇਕਿਨ ਜਿੰਨੇ ਵੀ ਹੁਣ ਕਤਲੇਆਮ ਹੋ ਰਹੇ ਆ,
ਮੈਂ ਸਮਝਦਾ ਹੈਗਾ ਜਿੰਨੀਆਂ ਸਾਡੇ ਪ੍ਰਤੀਨਿਧ ਹੈਗੇ ਜਾਂ ਸਰਕਾਰਾਂ, ਉਹ ਬਰਾਬਰ ਰੂਪ ਵਿੱਚ ਜ਼ਿੰਮੇਵਾਰ ਹੈਗੇ ਇਸ ਕਤਲੇਆਮ ਦੇ, ਕਿ ਕੋਈ ਗੱਲਾਂ ਬਹੁਤ ਵੱਡੀਆਂ ਕੀਤੀਆਂ ਜਾਂਦੀਆਂ ਲੇਕਿਨ ਉਹਨਾਂ ਨੂੰ ਨਿਭਾਇਆ ਨਹੀਂ ਜਾਂਦਾ। ਸੋ ਇਹ ਗੱਲਾਂ ਸਨ ਜਿਹੜੀਆਂ ਮੈਂ ਲੜੀ ਤੁਹਾਨੂੰ ਦੱਸੀ ਹੈਗੀ ਆ ਕਿ ਆਖਿਰਕਾਰ ਅਸੀਂ ਜਿਹੜਾ ਸਿੱਖ ਭਾਈਚਾਰਾ ਹੈਗਾ ਕਿਸ ਤਰ੍ਹਾਂ ਉੱਤੇ ਕਿਸ ਟਾਈਮ ਹਰੀ ਸਿੰਘ ਨਲਵੇ ਦੇ ਘੋੜੇ ਦੀਆਂ ਪੈੜਾਂ ਧਮਕ ਪਾਉਂਦੀਆਂ ਰਹੀਆਂ, ਤੇ ਅੱਜ ਉਸੇ ਧਰਤੀ ਦੇ ਉੱਪਰ ਸਾਡਾ ਤਿਲ ਕਰਕੇ ਅਸੀਂ ਮਰ ਰਹੇ ਹੈਗੇ ਆ, ਸਾਡਾ ਕਤਲੇਆਮ ਕੀਤਾ ਜਾ ਰਿਹਾ, ਲੇਕਿਨ ਭਾਰਤ ਸਮੇਤ ਦੁਨੀਆ ਭਰ ਦੇ ਵਿੱਚ ਸਾਡੀ ਕੋਈ ਬਾਤ ਸੁਣਨ ਵਾਲਾ ਨਹੀਂ ਹੈ। ਜਦੋਂ ਵੀ ਕੋਈ ਇਦਾਂ ਦੀ ਘਟਨਾ ਹੁੰਦੀ ਆ, ਭਾਰਤ ਦੇ ਬਹੁਤ ਸਾਰੇ ਆਗੂਆਂ ਵੱਲੋਂ, ਖਾਸ ਕਰਕੇ ਭਾਜਪਾ ਦੇ ਆਗੂਆਂ ਵੱਲੋਂ ਤੰਜ ਕੱਸਣ ਦੇ ਕਿਸਮ ਦੇ ਜਿਹੜੇ ਬਿਆਨ ਉਹ ਦਿੱਤੇ ਜਾਂਦੇ ਹੈਗੇ ਆ। ਜਿਹੜਾ ਭਾਰਤੀ ਮੀਡੀਆ ਹੈਗਾ ਆ, ਉਹ ਸਿੱਖਾਂ ਦੇ ਕਤਲੇਆਮ ਨੂੰ ਇਸ ਤਰ੍ਹਾਂ ਦਿਖਾਉਂਦਾ ਹੈਗਾ ਕਿ ਜਿਸ ਤਰ੍ਹਾਂ ਆਈਸਿਸ ਇੱਕ ਵੱਡਾ ਦੁਸ਼ਮਣ ਹੋਵੇ। ਦੁਸ਼ਮਣ ਹੈ, ਲੇਕਿਨ ਆਈਸਿਸ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਇੰਨੀ ਵੱਡੀ ਪੱਧਰ ਤੇ ਉਸੇ ਧਰਤੀ ਤੋਂ 7 ਕੰਪਨੀਆਂ ਆਈਸਿਸ ਨੂੰ ਕੰਪੋਨੈਂਟ ਵਿਸਫੋਟਕ ਸਮੱਗਰੀ ਵਾਸਤੇ ਪ੍ਰਦਾਨ ਕਰ ਰਹੀਆਂ ਹੈਗੀਆਂ। ਕਿਉਂ? ਇੱਕ ਬੜਾ ਵੱਡਾ ਸਵਾਲ ਹੈਗਾ, ਤੁਸੀਂ ਪੁੱਛ ਸਕਦੇ ਹੋਗੇ ਜਿਹੜੇ ਭਾਰਤ ਵਿੱਚ ਰਹਿਣ ਵਾਲੇ ਲੋਕ, ਕਿ ਆਖਰ ਇਹ ਕਿਉਂ? ਕਿ ਇੱਕ ਪਾਸੇ ਤੁਸੀਂ ਆਪਣੇ ਦੇਸ਼ ਦੇ ਵਿੱਚ ਸਿੱਖਾਂ ਨੂੰ ਕਹਿ ਰਹੇ ਹੋ ਕਿ ਸਿੱਖ ਭਾਈਚਾਰੇ ਦਾ ਸਾਡੇ ਲਈ ਬੜਾ ਵੱਡਾ ਯੋਗਦਾਨ ਹੈਗਾ, ਸਿੱਖਾਂ ਨੂੰ ਅਸੀਂ ਆਪਣੇ ਨਾਲ ਰੱਖਣਾ ਚਾਹੁੰਦੇ ਹੈਗੇ ਆ, ਲੇਕਿਨ ਇੱਕ ਕਿਸਮ ਨਾਲ ਸਲੋ ਜੈਨੋਸਾਈਡ ਜਿਹੜਾ ਟੇਢੇ ਤਰੀਕੇ ਨਾਲ ਕੀਤਾ ਜਾ ਰਿਹਾ, ਕਿ ਉਸੇ ਹੀ ਜਿਹੜੇ ਲੋਕ ਜਿਹੜੀਆਂ ਧਿਰਾਂ ਸਿੱਖਾਂ ਦੇ ਕਤਲੇਆਮ ਦੀਆਂ ਜ਼ਿੰਮੇਵਾਰੀਆਂ ਲੈ ਰਹੀਆਂ, ਉਹਨਾਂ ਨੂੰ ਜਿਹੜੇ ਕੰਪੋਨੈਂਟ ਪ੍ਰਦਾਨ ਕੀਤੇ ਜਾ ਰਹੇ ਆ। ਆਖਰ ਕਿਉਂ? ਇਹ ਸਟੱਡੀ ਦੱਸ ਰਹੀ, ਅਸੀਂ ਕੋਲੋਂ ਕੁਝ ਨਹੀਂ ਦੱਸ ਰਹੇ। ਸੋ ਇਹ ਸਾਰਾ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ। ਅੱਜ ਵੀ ਮੈਂ ਉਮੀਦ ਕਰਦਾ ਕਿ ਜਿਹੜੇ ਕੈਨੇਡਾ ਦੀਆਂ ਵੱਖ-ਵੱਖ ਪਾਰਟੀਆਂ ਹੈਗੀਆਂ ਇਕੱਠੇ ਹੋ ਕੇ ਜਿਹੜੇ ਸਾਡੇ ਚੁਣੇ ਹੋਏ ਪ੍ਰਤੀਨਿਧ ਹੈਗੇ ਆ, ਬੜੀ ਵੱਡੀ ਸਾਡੀ ਫੋਰਸ ਹੈਗੀ ਆ ਸਾਰੀਆਂ ਪਾਰਟੀਆਂ ਦੇ ਵਿੱਚ ਸਿੱਖਾਂ ਦੀ, ਉਹਨਾਂ ਨੂੰ ਇੱਕ ਮੱਠ ਇਕੱਠੇ ਹੋ ਕੇ ਇਸ ਮਾਮਲੇ ਦੇ ਉੱਪਰ ਵਿਚਾਰ ਕਰਨੀ ਚਾਹੀਦੀ ਆ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਡੂਡੋ ਗੁਰਮਣ ਦੇ ਉੱਪਰ। ਕੋਈ ਗੱਲੀ ਬਾਤੀ ਮਾਨਵਤਾ ਦੇ ਇੱਕ ਜਿਹੜੇ ਆ ਲੰਬੜਦਾਰ ਨਾ ਬਣਨ, ਰਿਐਲਿਟੀ ਦੇ ਵਿੱਚ ਕੰਮ ਕਰਨ, ਤਾਂ ਜੋ ਜਿਹੜੇ ਸਾਰਥਕ ਸਿੱਟੇ ਸਾਹਮਣੇ ਆ ਸਕਣ। ਜਿੰਨੇ ਵੀ ਪਰਿਵਾਰ ਅਫਗਾਨਿਸਤਾਨ ਦੇ ਵਿੱਚ ਰਹਿ ਚੁੱਕੇ ਆ ਉਹ ਵਾਪਸ ਸਾਡੇ ਕੋਲ ਆ ਸਕਣ, ਇੱਥੇ ਸੁਰੱਖਿਅਤ ਆ ਸਕਣ। ਹੋਰ ਵੀ ਲੋੜਵੰਦ ਜਿੰਨੇ ਵੀ ਧਰਮਾਂ ਦੇ ਲੋਕ ਹੈ, ਚਾਹੇ ਉਹ ਹਿੰਦੂ ਧਰਮ ਦੇ ਨੇ ਚਾਹੇ ਕਿਸੇ ਵੀ ਧਰਮ ਦੇ ਆ, ਉਹ ਸੁਰੱਖਿਅਤ ਇੱਥੇ ਇਸ ਧਰਤੀ ਦੇ ਉੱਪਰ ਆ ਕੇ ਆਪਣਾ ਜੀਵਨ ਬਸਰ ਕਰ ਸਕਣ। ਸੋ ਅੱਜ ਦਾ ਦਿਨ ਇੰਨਾ ਹੀ। ਤੁਸੀਂ ਜੁੜੇ ਰਹਿਣਾ ਸਾਡੇ ਨਾਲ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਮੈਂ ਗੁਰਮੁਖ ਸਿੰਘ ਬਾਰੀਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।